किताब विपरण की रीत तो सच दा मार्ग भाग चौथा। लेखक सरदार गुरबख्श सिंह काला अफगाना। पहले कांड का तीजा भाग शरीर की अथवा पिंडे की सोच का भरम। वाहिगुरू जी का खालसा वाहिगुरू जी की फतेह। मनुखा जिंदगी के हर पक्ष विच अपना पूरा दखल रखण की योजना अधीन ही ब्राह्मण ने बाहरी सुचम नूं हिंदू धर्म का हिस्सा बना दिता सी। सुचम का पखंड एक कर्मकांडी किरिया है जिस नूं गुरबाणी ने खंडन किया है। जपजी साहब की आरंभक तुक विच ही गुरुदेव जी ने विखावे वाली सुचम के भरम का भरपूर खंडन किया है। फुरमान है, सोचै सोच ना होवई जे सोची लख वार। भाव लखां वारी शरीर नूं मल मल के धोईए। बाहर की सुचम रखण नाल अंदर वसदा अदृष्ट मन कदे पवित्र नहीं हो सकता। मन की मैल लखां तीर्थ इशनानां नाल भी कदे नहीं जा सकती। गुरमत की विरोधता करन वालियां दी गल तां एक पासे रही, शायद सुहिरद सिख विद्वान भी उस सोचे सोच दे अर्थ सोच विचार ही करते हैं। कारण यह है कि गुरमत के समुचे सिद्धांत नूं मुख रखण की लोड़ विसार के अपनी मत अनुसार अखरी अर्थां नूं ही ठीक समझ लिया हुंदा है। गुरमत का सिद्धांत ठीक तरह समझण लई सोच शब्द की वरतों वाले होर शब्दां की विचार कर लैणी भी जरूरी मनणी लोड़ीए। कथनै कहण न छुटिए, ना पढ़ पुस्तक भार, काया सोच न पाइए, बिन हर भगत प्यार, नानक नाम न विसरै, मेले गुर करतार। पन्ना 59। अर्थ निरीਆਂ ਗੱਲਾਂ ਕਰਨ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹਨ ਨਾਲ ਆਸਾ ਮਨਸਾ ਤੋਂ ਬਚ ਨਹੀਂ ਸਕੀਦਾ। ਜੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ, ਪ੍ਰਭੂ ਦਾ ਪਿਆਰ ਨਹੀਂ, ਤਾਂ ਨਿਰੇ ਸਰੀਰ ਦੀ ਪਵਿੱਤਰਤਾ ਨਾਲ ਪਰਮਾਤਮਾ ਨਹੀਂ ਮਿਲਦਾ। ਹੇ ਨਾਨਕ, ਜਿਸ ਨੂੰ ਨਾਮ ਨਹੀਂ ਭੁੱਲਦਾ, ਗੁਰੂ ਅਜਿਹੇ ਗੁਰਮੁਖ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ ਹੈ। 860 ਮੱਜਨ ਕਰ ਇਸ਼ਨਾਨਾ, ਭ੍ਰਮ ਆਏ ਧਰ ਸਾਰੀ, ਅਨਕ ਸੋਚ ਕਰੈ ਦਿਨ ਰਾਤੀ, ਬਿਨ ਸਤਿਗੁਰ ਅੰਧਿਆਰੀ। ਪੰਨਾ 495। ਅਰਥ ਲੋਕ 68 ਤੀਰਥਾਂ ਦੇ ਇਸ਼ਨਾਨ ਕਰਕੇ ਤੇ ਸਾਰੀ ਧਰਤੀ ਤੇ ਭੌਂ ਕੇ ਆ ਜਾਂਦੇ ਹਨ। ਦਿਨ ਰਾਤ ਅਨੇਕਾਂ ਸਰੀਰਕ ਪਵਿੱਤਰਤਾ ਦੇ ਸਾਧਨ ਕਰਦੇ ਰਹਿੰਦੇ ਹਨ, ਪਰ ਗੁਰੂ ਤੋਂ ਬਿਨਾਂ ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਪੰਨਾ 265। ਅਰਥ ਮਨੁੱਖ ਦਿਨ ਤੇ ਰਾਤ ਸਦਾ ਤੀਰਥਾਂ ਤੋਂ ਇਸ਼ਨਾਨ ਕਰੇ, ਰਾਤ ਦਿਨ ਪਵਿੱਤਰਤਾ ਵਾਸਤੇ ਯਤਨ ਕਰਦਾ ਰਹੇ, ਫੇਰ ਵੀ ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ। ਪਤ ਵਿਣ ਪੂਜਾ, ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ, ਨਹਾਵੋ ਧੋਵੋ ਤਿਲਕ ਚੜਾਵੋ, ਸੋਚ ਵਿਣ ਸੋਚ ਨਾ ਹੋਈ। ਪੰਨਾ 903। ਅਰਥ ਪਤੀ ਪਰਮਾਤਮਾ ਨੂੰ ਵਿਸਾਰ ਕੇ ਇਹ ਦੇਵ ਪੂਜਾ ਕਿਸ ਅਰਥ। ਸੁੱਚੇ ਆਚਰਣ ਤੋਂ ਖਾਲੀ ਰਹਿ ਕੇ ਇਸ ਸੰਜਮ ਦਾ ਕੀ ਲਾਭ। ਜੇ ਵਿਚਾਰਾਂ ਵੱਲੋਂ ਰੋਕਥਾਮ ਨਹੀਂ ਤਾਂ ਜਨੇਊ ਕੀ ਸਵਾਰਦਾ ਹੈ। ਹੇ ਪੰਡਤ, ਤੁਸੀਂ ਤੀਰਥਾਂ 'ਤੇ ਇਸ਼ਨਾਨ ਕਰਦੇ ਹੋ, ਸਰੀਰ ਨੂੰ ਮਲ ਮਲ ਕੇ ਧੋਂਦੇ ਹੋ, ਮੱਥੇ ਉੱਤੇ ਤਿਲਕ ਲਾਉਂਦੇ ਹੋ ਅਤੇ ਇਸ ਨੂੰ ਪਵਿੱਤਰ ਕਰਮ ਸਮਝਦੇ ਹੋ, ਪਰ ਪਵਿੱਤਰ ਆਚਰਣ ਤੋਂ ਬਿਨਾਂ ਇਹ ਬਾਹਰਲੀ ਪਵਿੱਤਰਤਾ ਦਾ ਕੋਈ ਮੁੱਲ ਨਹੀਂ ਹੈ। ਜਿਵੇਂ ਜਪ ਬਾਣੀ ਦੇ ਆਰੰਭ ਵਿੱਚ ਹੈ, ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਵੀ ਸੁੱਚ, ਸੋਚੈ ਅਤੇ ਸੋਚ ਦੋਵੇਂ ਹੀ ਸ਼ਬਦ ਵਰਤੇ ਹਨ। ਅਗਲੇ ਸ਼ਬਦ ਵਿੱਚ ਵੀ ਦੋਵੇਂ ਲਫ਼ਜ਼ ਵਰਤ ਕੇ ਉਪਦੇਸ਼ ਦਿੱਤਾ ਹੈ ਕਿ ਜਿੰਨਾ ਚਿਰ ਅੰਦਰੋਂ ਮਨ ਨੂੰ ਸੁੱਚਾ ਨਾ ਕੀਤਾ ਜਾਵੇ, ਬਾਹਰ ਦੀ ਸੁਚਮ ਲਈ ਤੀਰਥਾਂ 'ਤੇ ਭਟਕਣਾ ਵਿਅਰਥ ਹੈ। ਅੰਤਰ ਮੈਲ ਤੀਰਥ ਪਰਮੀਜੈ, ਮਨ ਨਹੀਂ ਸੂਚਾ ਕਿਆ ਸੋਚ ਕਰੀਜੈ। ਪੰਨਾ 905। ਵਿਖਾਵੇ ਵਾਲੀ ਬਾਹਰੀ ਸੁਚਮ ਰੱਖਣ ਦੇ ਭਰਮ ਦੇ ਮਾਰੇ ਹੋਏ ਲੋਕ ਰਸੋਈ ਵਾਸਤੇ ਵੱਖਰੀ ਹੱਦਬੰਦੀ ਵਾਲਾ ਚੌਂਕਾ ਬਣਾਉਂਦੇ ਹਨ। ਉਚੇਚੀ ਸੁਚਮ ਨਾਲ
ਬਰਤਨਾਂ ਨੂੰ ਮਾਂਜ ਕੇ ਉਹਨਾਂ ਨੂੰ ਧਰਤੀ ਪੁੱਟ ਕੇ ਬਣਾਏ ਹੋਏ ਦੋ ਦੋ ਚੁੱਲ੍ਹਿਆਂ 'ਤੇ ਰੱਖਦੇ ਹਨ। ਹੇਠ ਲੱਕੜੀਆਂ ਵੀ ਧੋ ਕੇ ਬਾਲਦੇ ਹਨ। ਭਿੱਟ ਦੇ ਭਰਮ ਕਰਕੇ ਕਿਸੇ ਨੂੰ ਆਪਣੇ ਕੱਪੜਿਆਂ ਨਾਲ ਵੀ ਨਹੀਂ ਛੂਹਣ ਦਿੰਦੇ। ਕਿਸੇ ਦੂਜੇ ਨੂੰ ਆਪਣੀ ਰਸੋਈ ਦੇ ਨੇੜੇ ਨਹੀਂ ਆਉਣ ਦਿੰਦੇ। ਅਜਿਹੇ ਸੁੱਚਮ ਵਾਲੇ ਕਰਮ ਨੂੰ ਗੁਰਦੇਵ ਗੁਰੂ ਗ੍ਰੰਥ ਸਾਹਿਬ ਜੀ ਫੋਕਟ ਅਤੇ ਵਿਅਰਥ ਦਾ ਭਰਮ ਕਹਿੰਦੇ ਹਨ। ਅਜਿਹੇ ਪਖੰਡੀਆਂ ਦੇ ਅੰਦਰ ਦੀ ਹਾਲਤ ਬਾਰੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਬਾਸਨ ਮਾਂਜ ਚਰਾਵੇਂ ਉੱਪਰ, ਕਾਠੀ ਧੋਏ ਜਲਾਵੇਂ, ਬਸੂ ਦਾ ਖੋਦ ਕਰੇ ਦੋਇ ਚੂਲੇ, ਸਾਰੇ ਮਾਨਸ ਖਾਵੇਂ, ਓਏ ਪਾਪੀ ਸਦਾ ਫਿਰੇ ਅਪਰਾਧੀ, ਮੁਖੋਂ ਅਪਰਸ ਕਹਾਵੇਂ, ਸਦਾ ਸਦਾ ਫਿਰੇ ਅਭਿਮਾਨੀ, ਸਗਲ ਕੁਟਾਂਬ ਡੁਬਾਵੇਂ। ਪੰਨਾ 476। ਅਰਥ, ਇਹ ਲੋਕ ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਉਂਦੇ ਹਨ, ਭਾਂਡੇ ਮਾਂਜ ਕੇ ਚੁੱਲ੍ਹਿਆਂ 'ਤੇ ਧਰਦੇ ਹਨ, ਹੇਠਾਂ ਲੱਕੜੀਆਂ ਧੋ ਕੇ ਬਾਲਦੇ ਹਨ। ਸੋਚ ਤਾਂ ਇੰਨੀ ਰੱਖਦੇ ਹਨ, ਪਰ ਕਰਤੂਤ ਇਹ ਹੈ ਕਿ ਸਮੂਲਚੇ ਮਨੁੱਖ ਨੂੰ ਖਾ ਜਾਂਦੇ ਹਨ। ਇਹੋ ਜਿਹੇ ਮੰਦਕਰਮੀ ਮਨੁੱਖ ਸਦਾ ਵਿਕਾਰਾਂ ਵਿੱਚ ਹੀ ਖਚਤ ਫਿਰਦੇ ਹਨ। ਉਵੇਂ ਮੂੰਹ ਅਪਰਸ, ਭਿੱਟ ਮੰਨਣ ਵਾਲੇ, ਕਿਸੇ ਧਾਤ ਆਦਿ ਨੂੰ ਹੱਥ ਨਾ ਲਾਉਣ ਵਾਲੇ ਅਖਵਾਉਂਦੇ ਹਨ, ਸਦਾ ਹੰਕਾਰ ਵਿੱਚ ਫਿਰਦੇ ਹਨ, ਆਪਣੇ ਨਾਲ ਪਰਿਵਾਰ ਨੂੰ ਵੀ ਲੈ ਡੁੱਬਦੇ ਹਨ। ਪਰਿਵਾਰ ਅਥਵਾ ਉਹਨਾਂ ਦੇ ਸਾਥੀ ਵੀ ਉਸੇ ਤਰ੍ਹਾਂ ਦੇ ਮੰਦਕਰਮੀ ਹੋ ਜਾਂਦੇ ਹਨ। ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੈ, ਅੰਤਰ ਮੈਲ ਲੱਗੀ ਨਹੀਂ ਜਾਣੈ, ਬਾਹਰੋਂ ਮਲ ਮਲ ਧੋਵੈ, ਅੰਧਾ ਭੂਲ ਪਿਆ ਜਮ ਜਾਲੇ, ਵਸਤ ਪਰਾਈ ਆਪਣੀ ਘਰ ਜਾਣੇ, ਹਉਮੈ ਵਿੱਚ ਦੁੱਖ ਕਾਲੇ, ਨਾਨਕ ਗੁਰਮੁਖ ਹਉਮੈ ਟੂਟੈ, ਤਾਂ ਹਰ ਹਰ ਨਾਮ ਤੇ ਆਵੈ, ਨਾਮ ਜਪੇ ਨਾਮੂ ਆਰਾਧੇ, ਨਾਮੇ ਸੁਖ ਸਮਾਵੈ। ਪੰਨਾ 139। ਅਰਥ, ਜੋ ਮਨੁੱਖ ਨਿਤ ਕੱਪੜੇ ਧੋ ਕੇ ਸਰੀਰ ਧੋਂਦਾ ਹੈ ਤੇ ਸਿਰਫ ਕੱਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ ਆਪਣੇ ਵੱਲੋਂ ਬੜਾ ਪਵਿੱਤਰ ਸੰਜਮੀ ਬਣ ਬੈਠਦਾ ਹੈ, ਪਰ ਮਨ ਵਿੱਚ ਲੱਗੀ ਹੋਈ ਮੈਲ ਦੀ ਉਸ ਨੂੰ ਖਬਰ ਹੀ ਨਹੀਂ, ਸਦਾ ਸਰੀਰ ਨੂੰ ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ, ਉਹ ਅੰਨਾ ਮਨੁੱਖ ਸਿੱਧੇ ਰਾਹ ਤੋਂ ਖੁੰਝ ਕੇ ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿੱਚ ਫਸਿਆ ਹੋਇਆ ਹੈ। ਹਉਮੈ ਵਿੱਚ ਦੁੱਖ ਸਹਾਰਦਾ ਹੈ, ਕਿਉਂਕਿ ਪਰਾਈ ਵਸਤ ਸਰੀਰ ਤੇ ਹੋਰ ਪਦਾਰਥਕ ਆਦਿ ਨੂੰ ਆਪਣੀ ਸਮਝ ਬੈਠਾ ਹੈ। ਕੇਵਲ ਬਾਹਰ ਦੀ ਸੁੱਚਮ ਨਾਲ ਜੁੜ ਕੇ ਆਪਣੇ ਆਪ ਨੂੰ ਵੱਡਾ ਧਰਮੀ ਮੰਨਣ ਦਾ ਹੰਕਾਰ ਸਹੇੜ ਰਿਹਾ ਹੈ। ਹਉਮੈ ਦਾ ਨਾਵੇਂ ਨਾਲ ਵਿਰੋਧ ਹੋਣ ਕਰਕੇ ਹੰਕਾਰੀ ਮਨੁੱਖ ਕਦੇ ਵੀ ਪ੍ਰਭੂ ਦਾ ਪਿਆਰਾ ਨਹੀਂ ਬਣ ਸਕਦਾ। ਸੋ ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਜਦੋਂ ਗੁਰੂ ਦੇ ਸਨਮੁਖ ਹੋ ਕੇ, ਭਾਵ ਗੁਰੂ ਦੇ ਦੱਸੇ ਰਸਤੇ 'ਤੇ ਤੁਰ ਕੇ ਮਨੁੱਖ ਦੀ ਹਉਮੈ ਦੂਰ ਹੁੰਦੀ ਹੈ, ਤਦੋਂ ਹੀ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਜਪਦਾ ਹੈ, ਨਾਮ ਯਾਦ ਕਰਦਾ ਹੈ ਤੇ ਨਾਮ ਯਾਦ ਕਰਦਾ ਹੈ ਤੇ ਨਾਮ ਦੀ ਬਰਕਤ ਨਾਲ ਸੁੱਖ ਵਿੱਚ ਟਿਕਿਆ ਰਹਿੰਦਾ ਹੈ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੈ ਨਾ ਜਾਣਾ, ਦੇ ਕੈ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਮਤ ਪਿਟੈ ਵੇਹ ਮਤ ਪਿਟੈ, ਇਹ ਅੰਨ ਅਸਾਡਾ ਫਿਟੈ, ਤਨ ਫਿਟੇ ਫੇੜ ਕਰੇਨ, ਮਨ ਜੂਠੇ ਚੁੜੀ ਭਰੇਨ, ਕਹੋ ਨਾਨਕ ਸੱਚ ਧਿਆਈਐ, ਸੋਚ ਹੋਵੈ ਤਾਂ ਸੱਚ ਪਾਈਐ। ਪੰਨਾ 472। ਅਰਥ, ਮਾਸ ਉਸ ਬੱਕਰੇ ਦੇ ਖਾਂਦੇ ਹਨ ਜਿਸ ਨੂੰ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ, ਪਰ ਆਖਦੇ ਹਨ ਕਿ ਸਾਡੇ ਚੌਂਕੇ 'ਤੇ ਕੋਈ ਮਨੁੱਖ ਨਾ ਚੜ੍ਹੇ। ਚੌਂਕਾ ਬਣਾ ਕੇ ਦੁਆਲੇ ਲਕੀਰਾਂ ਕੱਢਦੇ ਹਨ, ਪਰ ਇਸ ਵਿੱਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਝੂਠੇ ਹਨ। ਹੋਰਨਾਂ ਨੂੰ ਆਖਦੇ ਹਨ ਕਿ ਸਾਡੇ ਚੌਂਕੇ ਦੇ ਨੇੜੇ ਨਾ ਆਵੇ, ਕਿਤੇ ਚੌਂਕਾ ਪਿਟਿਆ ਨਾ ਜਾਵੇ ਅਤੇ ਸਾਡਾ ਅੰਨ ਖਰਾਬ ਨਾ ਹੋ ਜਾਏ, ਪਰ ਆਪ ਇਹ ਲੋਕ ਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ ਅਤੇ ਝੂਠੇ ਮਨ ਨਾਲ ਹੀ, ਭਾਵ ਮਨ ਤਾਂ ਅੰਦਰੋਂ ਮਲੀਨ ਹੈ, ਚੁੜੀਆਂ ਕਰਦੇ ਹਨ। ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ। ਸੋਚ ਪਵਿੱਤਰਤਾ ਤਦ ਹੀ ਹੋ ਸਕਦੀ ਹੈ ਜੇ ਪ੍ਰਭੂ ਹਿਰਦੇ ਵਿੱਚ ਆ ਵਸੇ। ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਨ, ਕੋਈ ਨਾ ਪਿਟਿਓ ਜਾਏ, ਸੁੱਚਾ ਹੋਇ ਕੈ ਜੇਵਿਆ, ਲੱਗਾ ਪੜ੍ਹਨ ਸਲੋਕ, ਕੁਹਤੀ ਜਾਈ ਸਟਿਆ, ਕਿਸ ਇਹ ਲੱਗਾ ਦੋਖ,
ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ। ਪੰਜਵਾਂ ਪਾਇਆ ਕਿਰਤ, ਤਾਂ ਹੋਵਾ ਪਾਕ ਪਵਿੱਤ। ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਜਿਤ ਮੁਖ ਨਾਮ ਨ ਉਚਰੈ, ਬਿਨ ਨਾਮੇ ਰਸ ਖਾਹੇ। ਨਾਨਕ ਈਵੇਂ ਜਾਣੀਏ, ਤਿਤ ਮੁਖ ਥੁੱਕਾਂ ਪਾਹੇ। ਪੰਨਾ 473। ਅਰਥ, ਸਭ ਤੋਂ ਪਹਿਲਾਂ ਸੁਚਮ ਦਾ ਭਰਮੀ ਬ੍ਰਾਹਮਣ ਬਬੇਕੀਆ ਨਹਾ ਧੋ ਕੇ ਤੇ ਸੁੱਚਾ ਹੋ ਕੇ ਸੁੱਚੇ ਚੌਂਕੇ ਤੇ ਆ ਬੈਠਦਾ ਹੈ। ਉਸ ਦੇ ਅੱਗੇ ਉਹ ਭੋਜਨ ਰੱਖਿਆ ਜਾਂਦਾ ਹੈ ਜਿਸ ਨੂੰ ਅਜੇ ਕਿਸੇ ਹੋਰ ਨੇ ਭਿੱਟਿਆ ਨਹੀਂ ਹੁੰਦਾ। ਬ੍ਰਾਹਮਣ ਅਥਵਾ ਸੁਚਮ ਦੇ ਭਰਮ ਵਾਲਾ ਬਬੇਕੀਆ ਸੁੱਚਾ ਹੋ ਕੇ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ ਤੇ ਖਾ ਕੇ ਸ਼ਲੋਕ ਪੜ੍ਹਨ ਲੱਗ ਪੈਂਦਾ ਹੈ। ਪਰਮਾਤਮਾ ਨੂੰ ਉਂਝ ਭਾਵੇਂ ਕਦੇ ਯਾਦ ਕੀਤਾ ਨਾ ਹੋਵੇ ਅਤੇ ਝੂਠ, ਧੋਖਾ, ਵਿਸ਼ਵਾਸਘਾਤ ਬਚਨ ਕਰਕੇ ਮੁੱਕਰ ਜਾਣਾ, ਅੰਦਰ ਕੁਝ ਹੋਰ ਮੂੰਹ ਵਿੱਚ ਕੁਝ ਹੋਰ, ਕਈ ਤਰ੍ਹਾਂ ਦੇ ਭੇਖਾਂ ਵਾਲੇ ਸਾਡੇ ਸਿੱਖ ਮਹਾਂਪੁਰਖ ਵੀ ਜਦ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਜਾਂਦੇ ਹਨ ਤਾਂ ਘਰਦਿਆਂ ਦੇ ਮਨਾਂ 'ਤੇ ਪ੍ਰਭਾਵ ਪਾਉਣ ਲਈ ਨਰੋਲ ਵਿਖਾਵੇ ਵਾਸਤੇ ਇਹੀ ਸਭ ਕੁਝ ਤੇ ਕਈ ਹੋਰ ਟਸ਼ਨ ਵੀ ਕਰਦੇ ਹਨ। ਪਰ ਇਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਭਾਵ ਢਿੱਡ ਵਿੱਚ ਪਾ ਲੈਂਦਾ ਹੈ। ਉਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਸੁੱਟਣ ਦਾ ਦੋਸ਼ ਕਿਸ 'ਤੇ ਆਇਆ? ਅੰਨ, ਪਾਣੀ, ਅੱਗ ਤੇ ਲੂਣ ਚਾਰੇ ਹੀ ਦੇਵਤਾ ਹਨ, ਭਾਵ ਪਵਿੱਤਰ ਹਨ। ਪੰਜਵਾਂ ਘਿਓ ਵੀ ਪਵਿੱਤਰ ਹੈ ਜੋ ਇਹਨਾਂ ਵਿੱਚ ਪਾਈਦਾ ਹੈ, ਤਾਂ ਭਾਵ ਪੰਜਾਂ ਨੂੰ ਰਲਾਇਆ ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ। ਪਰ ਦੇਵਤਿਆਂ ਦੇ ਇਸ ਸਰੀਰ ਭਾਵ ਇਸ ਭੋਜਨ ਨੂੰ ਪਾਪੀ ਮਨੁੱਖ ਨਾਲ ਸੰਗਤ ਹੁੰਦੀ, ਜਿਸ ਕਰਕੇ ਉਸ ਉੱਤੇ ਥੁੱਕਾਂ ਪੈਂਦੀਆਂ ਹਨ। ਭਾਵ ਪਵਿੱਤਰ ਤੋਂ ਪਵਿੱਤਰ ਭੋਜਨ ਮਨੁੱਖ ਦੇ ਮੂੰਹ ਵਿੱਚ ਪੈਣ ਸਾਰ ਹੀ ਇੰਨਾ ਗੰਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਫਿਰ ਉਹੀ ਭੋਜਨ ਭਾਵੇਂ ਮੂੰਹ ਦੇ ਰਸਤੇ ਅਤੇ ਭਾਵੇਂ ਗੁੱਦੇ ਦੇ ਰਸਤੇ ਬਾਹਰ ਆ ਪਵੇ, ਸਾਰੇ ਲੋਕ ਉਸ ਤੋਂ ਨੱਕ ਵੱਟਦੇ ਹਨ। ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਮੂੰਹ ਨਾਲ ਮਨੁੱਖ ਨਾਮ ਨਹੀਂ ਸਿਮਰਦਾ ਅਤੇ ਪ੍ਰਭੂ ਦੀ ਯਾਦ ਭੁਲਾ ਕੇ ਨਹਾ ਧੋ ਕੇ ਕੀਤੀ ਬਾਹਰੀ ਸੋਚ ਨਾਲ ਹੀ ਆਪਣੇ ਆਪ ਨੂੰ ਪਵਿੱਤਰ ਮੰਨ ਕੇ ਸਵਾਦਲੇ ਭੋਜਨ ਖਾਂਦਾ ਹੈ, ਉਸ ਮੂੰਹ ਉੱਤੇ ਵੀ ਫਟਕਾਰਾਂ ਪੈਂਦੀਆਂ ਹਨ। ਸੋਇਨੇ ਕਾ ਚੌਂਕਾ ਕੰਚਨ ਕੁਵਾਰ, ਰੂਪੇ ਕੀਆਂ ਕਾਰਾਂ ਬਹੁਤ ਬਿਸਥਾਰ। ਗੰਗਾ ਕਾ ਉਦਕ ਕਰੰਤੇ ਕੀ ਆਗ, ਗਰੁੜਾ ਖਾਣਾ ਦੁੱਧ ਸਿਉ ਗਾੜ। ਹਰੇ ਮਨ ਲੇਖੈ ਕਬੂ ਨਾ ਪਾਏ, ਜਾਮ ਨ ਭੀਜੈ ਸਾਚ ਨਾਏ। ਰਹਾਉ। ਪੰਨਾ 1168। ਅਰਥ, ਜੇ ਕੋਈ ਮਨੁੱਖ ਸੋਨੇ ਦਾ ਚੌਂਕਾ ਤਿਆਰ ਕਰਕੇ ਸੋਨੇ ਦੇ ਹੀ ਉਸ ਵਿੱਚ ਭਾਂਡੇ ਵਰਤੇ, ਚੌਂਕੇ ਨੂੰ ਸੁੱਚਾ ਰੱਖਣ ਲਈ ਉਸ ਦੇ ਦੁਆਲੇ ਚਾਂਦੀ ਦੀਆਂ ਲਕੀਰਾਂ ਪਾਏ ਤੇ ਸੋਚ ਵਾਸਤੇ ਇਹੋ ਜਿਹੇ ਹੋਰ ਕਈ ਕੰਮਾਂ ਦਾ ਖਿਲਾਰਾ ਭੋਜਨ ਤਿਆਰ ਕਰਨ ਲਈ ਖਿਲਾਰੇ। ਜੇ ਉਹ ਗੰਗਾ ਦਾ ਪਵਿੱਤਰ ਜਲ ਲਿਆਵੇ ਤੇ ਅਰਨ ਦੀਆਂ ਲੱਕੜਾਂ ਦੀ ਅੱਗ ਤਿਆਰ ਕਰੇ, ਜੇ ਫਿਰ ਉਹ ਦੁੱਧ ਵਿੱਚ ਰਲਾ ਕੇ ਰਿੱਝੇ ਹੋਏ ਚੌਲਾਂ ਦਾ ਭੋਜਨ ਕਰੇ, ਤਾਂ ਵੀ ਇਹ ਮਨ ਅਜਿਹੀ ਸੋਚਦੇ ਕੋਈ ਵੀ ਅਡੰਬਰ ਪ੍ਰਵਾਨ ਨਹੀਂ ਹੁੰਦੇ ਜਦ ਤੱਕ ਮਨੁੱਖ ਪ੍ਰਭੂ ਦੇ ਸੱਚੇ ਨਾਮ ਵਿੱਚ ਨਹੀਂ ਭਿੱਜਦਾ, ਪ੍ਰੀਤ ਨਹੀਂ ਪਾਉਂਦਾ। ਉਸ ਦਾ ਕੋਈ ਵੀ ਉਦਮ ਪ੍ਰਭੂ ਨੂੰ ਪਸੰਦ ਨਹੀਂ। ਉਦਮ ਕਰ ਲਾਗੇ ਬਹੁ ਭਾਂਤੀ, ਵਿਚਰੇ ਅਨਕ ਸ਼ਾਸਤਰ ਬਹੁ ਖਟੂਆ। ਭਸਮ ਲਗਾਏ ਤੀਰਥ ਬਹੁ ਭ੍ਰਮ ਤੇ, ਸੂਖਮ ਦੇਹ ਬੰਦੇ ਬਹੁ ਜਟੂਆ। ਬਿਨ ਹਰ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ ਬਢਾਏ ਸੂਤ ਕੇ ਹਟੂਆ। ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥਾਟੇ ਕਰ ਥਟੂਆ। ਪੰਨਾ 1399। ਅਰਥ, ਅਨੇਕਾਂ ਮਨੁੱਖ ਕਈ ਤਰ੍ਹਾਂ ਦੇ ਉਦਮ ਕਰ ਰਹੇ ਹਨ ਤੇ ਸ਼ਾਸਤਰ ਵਿਚਾਰ ਕਰ ਰਹੇ ਹਨ। ਪਿੰਡੇ ਤੇ ਸਵਾਹ ਮਲ ਕੇ ਬਹੁਤੇ ਮਨੁੱਖ ਤੀਤਾਂ ਤੇ ਭੌਂਦੇ ਫਿਰਦੇ ਹਨ ਤੇ ਕਈ ਬੰਦੇ ਸਰੀਰ ਨੂੰ ਤਪਾਂ ਨਾਲ ਕਮਜ਼ੋਰ ਕਰ ਚੁੱਕੇ ਹਨ ਤੇ ਸਰੀਰ ਉੱਤੇ ਜਟਾਂ ਧਾਰ ਰਹੇ ਹਨ। ਕਈ ਮਨੁੱਖ ਪੂਜਾ ਕਰਦੇ ਹਨ, ਸਰੀਰ ਤੇ ਚੱਕਰਾਂ ਦੇ ਚਿੰਨ੍ਹ ਬਣਾਉਂਦੇ ਹਨ, ਸੁੱਚ ਦੀ ਖਾਤਰ ਆਪਣੇ ਹੱਥੀਂ ਰੋਟੀ ਤਿਆਰ ਕਰਦੇ ਹਨ ਤੇ ਹੋਰ ਅਨੇਕਾਂ ਤਰ੍ਹਾਂ ਦੇ ਕਈ ਬਣਤਰ ਬਣਾਉਂਦੇ ਹਨ। ਪਰ ਹਰੀ ਦਾ ਨਾਮ ਲੈਣ ਤੋਂ ਬਿਨਾਂ ਇਹ ਸਾਰੇ ਲੋਕ ਦੁੱਖ ਪਾਉਂਦੇ ਹਨ। ਇਹ ਸਾਰੇ ਅਡੰਬਰ ਉਹਨਾਂ ਲਈ ਫਸਣ ਵਾਸਤੇ ਜਾਲ ਬਣ ਜਾਂਦੇ ਹਨ। ਜਿਵੇਂ ਕਹਿਣਾ ਬੜੇ ਮਜ਼ੇ ਨਾਲ ਤਾਰਾਂ ਦਾ ਜਲ ਤਣਨਾ ਹੈ ਤੇ ਆਪ ਹੀ ਉਸ ਵਿੱਚ ਆਪਣੇ ਬੱਚਿਆਂ ਦੇ ਹੱਥੋਂ ਮਾਰਿਆ ਜਾਂਦਾ ਹੈ। ਇਸ ਵਿੱਚ ਜ਼ਰਾ ਵੀ ਸ਼ੱਕ ਨਹੀਂ ਕਿ ਕਿਸੇ ਵੀ ਸਰੀਰਕ ਮਰਿਆਦਾ
ਅਥਵਾ ਕਿਸੇ ਦ੍ਰਿਸ਼ਟਮਾਨ ਕਰਮ ਨੂੰ ਧਰਮ ਦਾ ਅੰਗ ਬਣਾ ਬਹਿਣ ਵਾਲੇ ਮਨੁੱਖ ਨੂੰ ਆਪਣੇ ਆਪ ਨੂੰ ਉਹਨਾਂ ਨਾਲੋਂ ਵੱਡੇ ਧਰਮੀ ਮੰਨਣ ਦੇ ਹੰਕਾਰ ਵਿੱਚ ਡੁੱਬ ਜਾਂਦੇ ਹਨ। ਜਿਹੜੇ ਲੋਕ ਉਹ ਕਥਿਤ ਧਰਮ ਮਰਜ਼ਾਦਾ ਨਹੀਂ ਕਰ ਰਹੇ ਹੁੰਦੇ, ਮਾਸ ਨਾ ਖਾਣ ਨੂੰ ਵੱਡੇ ਪੁੰਨ ਦਾ ਕਰਮ ਸਮਝਣ ਵਾਲਾ ਮਨੁੱਖ ਮਾਸ ਖਾਣ ਵਾਲਿਆਂ ਤੋਂ ਘਿਰਣਾ ਕਰਨੋਂ ਨਹੀਂ ਰਹਿ ਸਕਦਾ। ਉਚੇਚੀ ਸੁਚਮ ਰੱਖਣ ਵਾਲੇ ਸੂਚਾਚਾਰੀ ਉਸ ਮਨੁੱਖ ਤੋਂ ਜ਼ਾਰਾ ਜਾਂ ਅੰਦਰ ਖਾਤੇ ਘਿਰਣਾ ਜ਼ਰੂਰ ਕਰਦੇ ਹਨ ਜੋ ਅਜਿਹੀ ਕਿਸੇ ਪ੍ਰਕਾਰ ਦੀ ਸੋਚ ਜਾਂ ਝੂਠ ਨੂੰ ਕੇਵਲ ਭਰਮ ਮੰਨਦਾ ਹੋਵੇ। ਸੋ ਉਚੇਚੀ ਸੁਚਮ ਰੱਖਣ ਵਾਲੇ ਵੱਡੇ ਧਰਮੀਆਂ ਲਈ ਸਤਿਗੁਰ ਦਾ ਸਪਸ਼ਟ ਫਰਮਾਨ ਹੈ, ਅਹੰ ਬੁੱਧ ਸੋਚ ਕਰਮ ਕਰ ਇਹ ਬੰਧਨ ਬੰਧਾਨੀ। ਪੰਨਾ 242। ਭਾਵ ਸਰੀਰਕ ਪਵਿੱਤਰਤਾ ਲਈ ਮਿੱਥੇ ਹੋਏ ਧਰਮ ਕਰਮ ਕਰਨ ਵਾਲਾ ਕਥਿਤ ਧਰਮੀ ਹਉਮੈ ਦੇ ਬੰਧਨਾਂ ਵਿੱਚ ਵੱਜ ਜਾਂਦਾ ਹੈ ਅਤੇ ਫਿਰ ਇਸ ਗੁਰੂ ਫਰਮਾਨ ਨੂੰ ਵੀ ਕਦੇ ਨਹੀਂ ਭੁੱਲਣਾ ਚਾਹੀਦਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਪੰਨਾ 560। ਬਾਣੀਆਂ ਦੇ ਨਿਤਨੇਮੀ ਅਤੇ ਪੰਜ ਕਕਾਰਾਂ ਵਿੱਚ ਫੱਬੇ ਬਾਣੇ ਦੇ ਧਾਰਨੀ ਵੀ ਜੇ ਅਜਿਹੀ ਵਿਖਾਵੇ ਵਾਲੀ ਸੁਚਮ ਦੇ ਭਰਮ ਵਿੱਚ ਫਸੇ ਹੋਏ ਹਨ ਤਾਂ ਉਹ ਗੁਰੂ ਪਰਮੇਸ਼ਰ ਤੋਂ ਬੇਮੁਖ ਹਨ। ਗੁਰਮੁਖਾਂ ਦੀ ਨਿਸ਼ਾਨੀ ਤਾਂ ਹੈ ਹੀ ਇਹੋ ਕਿ ਉਹਨਾਂ ਦੀ ਸਾਰੀ ਜੀਵਨ ਜੁਗਤ ਗੁਰੂ ਹੁਕਮਾਂ ਦੇ ਅਨੁਕੂਲ ਹੁੰਦੀ ਹੈ। ਉਹਨਾਂ ਨੂੰ ਤਾਂ ਕਦੇ ਵੀ ਕਿਸੇ ਭਰਮ ਵਿੱਚ ਨਹੀਂ ਪੈਣਾ ਚਾਹੀਦਾ। ਕਹੈ ਪ੍ਰਭ ਅਵਰ ਅਵਰ ਕਿਛ ਕੀਜੈ, ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ। ਪੰਨਾ 836। ਗੁਰੂ ਪਰਮੇਸ਼ਰ ਜੀ ਦੇ ਹੁਕਮਾਂ ਦੇ ਉਲਟ ਵਿਹਾਰ ਕਰਨ ਵਾਲਿਆਂ ਦੇ ਸਾਰੇ ਧਾਰਮਿਕ ਪਹਿਰਾਵੇ ਅਥਵਾ ਕਕਾਰ ਸਭ ਕੁਝ ਫੋਕਟ ਦਾ ਵਿਖਾਵਾ ਬਣ ਕੇ ਰਹਿ ਜਾਂਦਾ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪਹਿਲੇ ਕਾਂਡ ਦਾ ਤੀਜਾ ਭਾਗ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।